ਬਾਈ ਹਰਪ੍ਰੀਤ ਜਵੰਦਾ ਹੁਣਾਂ ਦੀ ਲਿਖੀ ਹੋਈ ਕਹਾਣੀ ਹੈ ਜਿਹੜੀ ਇਹ ਤੁਹਾਡੇ ਰੂਬਰੂ ਕਰਦੇ ਆ। ਨਿੱਕੀ ਹੁੰਦੀ ਜਦੋਂ ਵੀ ਕਿਸੇ ਗੱਲੋਂ ਲੜ ਪੈਂਦਾ ਨਾ ਤਾਂ ਮੂੰਹੋਂ ਬਸ ਇਹੀ ਗੱਲ ਨਿਕਲਦੀ ਸੀ, ਪਤਾ ਨਹੀਂ ਰੱਬ ਤੈਨੂੰ ਕਦੋਂ ਅਕਲ ਦਊ। ਮੈਂ ਤਾਂ ਕਹਿੰਦੀ ਇਹੋ ਜਿਹਾ ਕੁਛ ਟੁੱਟ ਜਵੇ। ਐ ਮਤਲਬ ਲੜਾਈ ਇਸ ਤਰੀਕੇ ਦੀ ਹੁੰਦੀ। ਬਾਪੂ ਹੁਣਾਂ ਦੀ ਆਜ਼ਾਦ ਸਲਤਨਤ 'ਚ ਵਿਚਰਦਾ ਹੋਇਆ ਅੱਗੋਂ ਜਦੋਂ ਉਹ ਹੋਰ ਬੇਸ਼ਰਮੀ ਨਾਲ ਐਂ ਦੰਦ 'ਚ ਕੱਢਿਆ ਕਰੇ ਨਾ, ਉਦੋਂ ਮੈਨੂੰ ਹੋਰ ਵੀ ਗੁੱਸਾ ਲੱਗਿਆ ਕਰੇ, ਉਹ ਹੋਰ ਵੀ ਭੈੜਾ ਲੱਗਿਆ ਕਰੇ ਬਾਹਲਾ। ਅਸੀਂ ਕਿਤੇ ਨਾ ਕਿਤੇ ਮੈਨੂੰ ਛੇੜ ਭੱਜ ਦਿਆ ਕਰੇ। ਜਦੋਂ ਮੇਰਾ ਵਿਆਹ ਸੀ ਨਾ, ਉਦੋਂ ਦੀ ਗੱਲ ਦੱਸਦੀ ਹਾਂ। ਵਿਆਹ ਤੋਂ ਪਹਿਲਾਂ ਮੈਨੂੰ ਦੇਖਣ ਵਾਲੇ ਆਏ। ਆਮ ਤੌਰ 'ਤੇ ਜਦੋਂ ਕੁੜੀਆਂ ਨੂੰ ਦੇਖਣ ਵਾਲੇ ਆਉਂਦੇ ਆ, ਗੱਲਾਂ ਬਾਤਾਂ ਕਰਨ ਤੋਂ ਬਾਅਦ ਉਹਨਾਂ ਨੂੰ ਮੈਂ ਪਸੰਦ ਆਈ। ਅਤੇ ਇਹ ਇੱਕ ਛੋਟਾ ਸੀ ਉਦੋਂ, ਕੋਨੇ ਦੇ ਵਿੱਚ ਬੈਠਾ, ਕਦੇ ਮੇਰੇ ਵੱਲ ਦੇਖਿਆ ਕਰੇ, ਕਦੇ ਬਾਪੂ ਹੁਣਾਂ ਵੱਲ ਦੇਖਿਆ ਕਰੇ। ਅਤੇ ਇਹਨੂੰ ਬਹੁਤੀ ਉਦੋਂ ਪਤਾ ਤਾਂ ਨਹੀਂ ਸੀਗਾ, ਪਰ ਇੰਨਾ ਕੁ ਪਤਾ ਸੀ ਕਿ ਵਿਆਹ ਤੋਂ ਬਾਅਦ ਕੁੜੀਆਂ ਘਰ ਨਹੀਂ ਰਹਿੰਦੀਆਂ ਹੈਗੀਆਂ, ਉਹ ਚਲੇ ਜਾਂਦੀਆਂ ਨੇ ਹੋਰ ਕਿਸੇ ਘਰੇ। ਇਹਨਾਂ ਨਹੀਂ ਸੀ ਪਤਾ ਕਿ ਪੇਕੇ ਸਹੁਰੇ ਕੀ ਹੁੰਦੇ ਆ। ਤੇ ਜਦੋਂ ਬਾਪੂ ਹੁਣੀ ਉਹਨਾਂ ਨਾਲ ਗੱਲਾਂ ਕਰਦੇ ਸੀਗੇ ਨਾ, ਉਹ ਕਹਿਣ ਇਹਨੂੰ ਜੀ ਤੁਸੀਂ ਧੀ ਬਣਾ ਕੇ ਰੱਖਿਓ, ਇਹ ਸਾਡੀ ਧੀ ਸੀ, ਅੱਜ ਤੋਂ ਤੁਹਾਡੀ ਹੋ ਗਈ। ਉਹ ਵੀ ਕਹਿਣ ਹਾਂਜੀ ਜੀ ਤੁਹਾਡੀ ਧੀ, ਤੇ ਅੱਜ ਤੋਂ ਸਾਡੀ ਧੀ ਹੋ ਗਈ। ਇਹ ਆਪਣੇ ਮਨ ਦੇ ਵਿੱਚ ਬੈਠਾ ਇਉਂ ਲੱਗੇ ਮੈਨੂੰ ਜਿਵੇਂ ਸੋਚ ਰਿਹਾ ਹੋਵੇ, ਐਂ ਕਿਵੇਂ ਤੁਹਾਡੀ ਧੀ ਹੋ ਗਈ? ਸਾਰਾ ਦਿਨ ਤਾਂ ਇੱਥੇ ਮੇਰੇ ਨਾਲ ਲੜਦੀ ਰਹਿੰਦੀ ਆ, ਹੁਣ ਤੁਸੀਂ ਐਵੇਂ ਮਰਜ਼ੀ ਨਾਲ ਆਪ ਕਹੀ ਜਾਂਦੇ ਕਿ ਜਿਵੇਂ ਤੁਹਾਡੀ ਧੀ ਹੁਣ ਸਾਡੀ ਧੀ ਹੋ ਗਈ। ਜਦੋਂ ਲੜਦੀ ਆ ਉਦੋਂ ਕੋਈ ਨਹੀਂ ਹਟਾਉਂਦਾ। ਪਰ ਇਹਨੂੰ ਬਹੁਤਾ ਉਦੋਂ ਪਤਾ ਨਹੀਂ ਸੀਗਾ। ਤੇ ਜਦੋਂ ਦੇਖ ਕੇ ਮੁੜ ਗਏ, ਹਾਂ ਹੋ ਗਈ, ਵਿਆਹ ਦੀ ਤਰੀਕ ਧਰ ਲਈ ਗਈ। ਉਹ ਤੋਂ ਬਾਅਦ ਇੱਕ ਸਾਡੇ ਨਾਲ ਦੇ ਜਿਹੜੇ ਹੋਰ ਗਵਾਂਢੀ ਘਰ ਦੇ ਬੈਠੇ ਸੀ ਘਰੇ ਵਿੱਚ, ਉਹ ਮੇਰੇ ਬਾਪੂ ਨੂੰ ਕਹਿੰਦਾ ਚਲੋ ਜੀ ਵਧੀਆ ਹੋਇਆ, ਬਹੁਤ ਬਹੁਤ ਮੁਬਾਰਕਾਂ ਗਰੈਲ ਸਾਹਿਬ, ਬਹੁਤ ਵਧੀਆ ਹੋਇਆ, ਚਲੋ ਭਾਰ ਲਿਆ। ਜਦੋਂ ਉਹਨੇ ਕਿਹਾ ਨਾ ਭਾਰ ਲਿਆ, ਇਹਦੇ ਦਿਲ ਨੂੰ ਵੀ ਧੁਰਤੜੀ ਜਿਹੀ ਆਈ ਤੇ ਮੇਰੇ ਵੀ। ਅਸੀਂ ਚਾਹੇ 100 ਲੜਦੇ ਸੀ ਭੈਣ ਭਰਾ ਆਪਸ 'ਚ, ਪਰ ਪਤਾ ਨਹੀਂ ਇਹ ਦੂਜੇ ਕਮਰੇ 'ਚ ਉੱਠ ਕੇ ਚਲੇ ਗਿਆ। ਮੈਂ ਇਹਦੇ ਪਿੱਛੇ ਗਈ। ਬਾਪੂ ਹੁਣੀ ਖੁਸ਼ੀਆਂ ਦੇ ਵਿੱਚ ਮੂੰਹ ਮਿੱਠਾ ਕਰ ਰਹੇ ਸੀ, ਚਾਹ ਪਾਣੀ ਪੀ ਰਹੇ ਸੀ, ਗੱਲਾਂ ਮਾਰ ਰਹੇ ਸੀ। ਇਹ ਦੂਜੇ ਕਮਰੇ 'ਚ ਨਾ ਸੁੰਨਾ ਜਿਹਾ ਹੋ ਕੇ ਖੜ ਗਿਆ। ਮੈਂ ਜਦੋਂ ਮਗਰੋਂ ਜਾ ਕੇ ਕਿਹਾ, ਮੈਂ ਕਿਹਾ ਵੀਰੇ, ਮੇਰੇ ਵੱਲ ਝਾਕਿਆ, ਇਹਦੀਆਂ ਅੱਖਾਂ ਦੇ ਵਿੱਚ ਵੀ ਪਾਣੀ ਤੇ ਮੇਰੀਆਂ ਅੱਖਾਂ ਦੇ ਵਿੱਚ ਵੀ ਪਾਣੀ, ਗੱਲ ਇੱਕੋ ਹੀ ਸੀ। ਮੈਂ ਇਹਨੂੰ ਪੁੱਛਿਆ, ਮੈਂ ਕਿਹਾ ਵੀਰੇ ਤੈਨੂੰ ਸੱਚੀ ਕਦੇ ਕਦੇ ਲੱਗਦਾ ਹੁੰਦਾ? ਕੀ ਲੱਗਦਾ? ਕਹਿੰਦਾ ਮੇਰੇ ਤੋਂ ਗਾਹਾਂ ਕਿਹਾ ਨਾ ਜਾਵੇ। ਫਿਰ ਮੈਂ ਹੌਸਲਾ ਜਿਹਾ ਕਰਕੇ ਅੰਦਰੋਂ ਆਵਾਜ਼ ਮਾਰੀ, ਕਿਉਂਕਿ ਮੈਨੂੰ ਪਤਾ ਸੀ ਕਿ ਇਹਨੂੰ ਤਾਂ ਇੰਨਾ ਪਤਾ ਹੀ ਨਹੀਂ, ਇਹਨੂੰ ਇੰਨੀ ਅਕਲ ਨਹੀਂ ਹੈ ਕਿ ਇਹ ਇਸ ਗੱਲ ਦਾ ਜਵਾਬ ਦੇ ਸਕੇ। ਪਰ ਮੈਂ ਆਪਣੀ ਗੱਲ ਤਾਂ ਕਿਸੇ ਨੂੰ ਕਹਿਣੀ ਸੀ ਨਾ। ਮੈਂ ਆਪਣੇ ਪਿਓ ਨੂੰ ਤਾਂ ਨਹੀਂ ਸੀ ਕਹਿ ਸਕਦੀ, ਮੈਂ ਆਪਣੀ ਮਾਂ ਨੂੰ ਨਹੀਂ ਸੀ ਕਹਿ ਸਕਦੀ। ਮੈਂ ਇਹਨੂੰ ਪੁੱਛ ਕੇ ਬਸ ਆਪਣਾ ਭਾਰ ਹਲਕਾ ਕਰਨਾ ਚਾਹਿਆ। ਮੈਂ ਕਿਹਾ ਵੀਰੇ ਤੈਨੂੰ ਸੱਚੀ ਲੱਗਦਾ ਹੁੰਦਾ ਕਿ ਮੈਂ ਤੁਹਾਡੇ ਤੇ ਭਾਰ ਹਾਂ? ਨਾਲ ਦੇ ਅੰਕਲ ਕਹਿੰਦੇ ਸੀ ਨਾ ਕਿ ਚਲੋ ਸ਼ੁਕਰ ਹੈ ਭਾਰ ਹੌਲਾ ਹੋਇਆ। ਸੱਚੀ ਮੈਂ ਭਾਰ ਹਾਂ ਤੁਹਾਡੇ ਤੇ ਵੀਰੇ? ਮੈਂ ਤਾਂ ਕਦੇ ਕੁਛ ਮੰਗਿਆ ਨਹੀਂ ਹੈਗਾ ਡੈਡੀ ਤੋਂ। ਹਾਂ ਤੇਰੇ ਨਾਲ ਲੜਦੀ ਜ਼ਰੂਰ ਹਾਂ, ਪਰ ਨਹੀਂ ਲੜਦੀ ਅੱਜ ਤੋਂ। ਤੈਨੂੰ ਸੱਚੀ ਲੱਗਦਾ ਹੁੰਦਾ ਕਿ ਮੈਂ ਭਾਰ ਹਾਂ? ਨਹੀਂ ਸਮਝ ਸੀ ਉਹਨੂੰ, ਨਹੀਂ ਸਮਝ ਸੀ ਕਿ ਉਹ ਇਸ ਗੱਲ ਦਾ ਜਵਾਬ ਦੇ ਪਾਉਂਦਾ। ਪਰ ਉਹਨੂੰ ਭਾਰ ਵਾਲੀ ਗੱਲ ਚੰਗੀ ਨਹੀਂ ਸੀ ਲੱਗੀ। ਅਸੀਂ ਦੋਨੇ ਇੱਕ ਦੂਜੇ ਦੇ ਗਲ ਲੱਗ ਕੇ ਨਾ, ਸਾਡੇ ਹੰਝੂ ਵਗਣੇ ਸ਼ੁਰੂ ਹੋ ਗਏ, ਗਲ ਲੱਗ ਕੇ ਰੋਣ ਲੱਗੇ। ਮੈਨੂੰ ਕਹਿੰਦਾ ਤੂੰ ਡੈਡੀ ਨੂੰ ਕਹਿ ਦੀ, ਆ ਜਿਹੜੇ ਨਾਲ ਦੇ ਅੰਕਲ ਨੇ ਜਿਹੜੇ ਕਹੀ ਜਾਂਦੇ ਭਾਰ ਹੌਲਾ ਹੋਇਆ, ਇਹਨਾਂ ਨੂੰ ਕਹਿ ਆਪਦਾ ਭਾਰ ਹੌਲਾ ਕਰੋ ਜਾ ਕੇ। ਮੇਰੀ ਭੈਣ ਨੂੰ ਜੇ ਅੱਜ ਤੋਂ ਕਿਸੇ ਨੇ ਭਾਰ ਕਿਹਾ ਨਾ, ਉਹਨੂੰ ਇੰਨਾ ਪਤਾ ਸੀ ਕਿ ਭਾਰ ਉਹਨੂੰ ਕਹਿੰਦੇ ਜਿੱਥੋਂ ਚੱਕਿਆ ਨਾ ਜਾਂਦਾ ਹੋਵੇ ਕੋਈ ਚੀਜ਼। ਕਿਉਂਕਿ ਉਹ ਤੋਂ ਕਈ ਵਾਰ ਮੈਂ ਕੋਈ ਬਾਲਟੀ ਪਾਣੀ ਦੀ ਭਰ ਕੇ ਮੰਗਾਉਣ ਦੀ ਕੋਸ਼ਿਸ਼ ਕਰਨੀ ਤਾਂ ਉਹ ਤੋਂ ਚੱਕੀ ਨਾ ਜਾਇਆ ਕਰੇ। ਭਾਰੀ ਆ ਭੈਣੇ, ਮੈਂ ਨਹੀਂ ਚੱਕ ਸਕਦਾ। ਉਹ ਇਹ ਕਹਿੰਦਾ ਸੀ, ਉਹਨੂੰ ਇੰਨਾ ਕੀ ਪਤਾ ਸੀ ਭਾਰ ਦਾ। ਬਸ ਜਦੋਂ ਮੈਨੂੰ ਯਾਦ ਅੱਜ ਵੀ ਵਿਆਹ ਵਾਲੇ ਦਿਨ ਵੀ ਨਾ, ਉਹ ਪਹਿਲਾਂ ਸਾਰਾ ਕੁਛ ਦੇਖਦਾ ਰਿਹਾ। ਫਿਰ ਉਹਨੂੰ ਇਹ ਸੀ ਕਿ ਜੇ ਮੈਂ ਰੋ ਪਿਆ ਨਾ ਤੇ ਰਿਹਾ ਭੈਣ ਤੋਂ ਵੀ ਨਹੀਂ ਜਾਣਾ। ਗੱਡੀ ਦੇ ਪਿੱਛੇ ਖੜਾ ਐ ਦੂਰ ਤੱਕ ਧੱਕਾ ਲਾ ਕੇ ਮੈਂ ਦੇਖਿਆ ਸਾਈਡ ਜੀ ਤੇ ਹੋ ਗਿਆ ਇੱਕਦਮ ਹੀ। ਫਿਰ ਮੈਂ ਸੋਚਿਆ, ਮੈਂ ਕਿਹਾ ਮਨਾ, ਇਹ ਤਾਂ ਜਵਾਕ ਆ।
ਕੱਲੀ ਕੱਲੀ ਨੂੰ ਮਿਲ ਰਹੀ ਸੀ, ਕੱਲੀ ਕੱਲੀ ਸਹੇਲੀ ਨੂੰ ਮਿਲ ਰਹੀ ਸੀ, ਮਾਂ ਦੇ ਗਲ ਲੱਗ ਰਹੀ ਸੀ, ਪਿਓ ਦੇ ਗਲ ਲੱਗ ਰਹੇ ਸੀ। ਇਹ ਆਪਣੇ ਛੋਟੇ ਛੋਟੇ ਹੱਥਾਂ ਨਾਲ ਗੱਡੀ ਦੇ ਪਿੱਛੇ ਪਿੱਛੇ ਰੀਸੋ ਰੀਸ ਧੱਕਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਰੱਬ ਦੀ ਐਸੀ ਕਰਨੀ ਕਿ ਮਸਾਂ 6 ਮਹੀਨੇ ਹੋਏ ਸੀਗੇ, ਚੰਗੇ ਭਲੇ ਤੁਰਦੇ ਫਿਰਦੇ ਬਾਪੂ ਹੋਰਾਂ ਨੇ ਖਬਰ ਆ ਗਈ ਇਹ ਕੈਨੇਡਾ ਪੜ੍ਹਨ ਤੋਰਤਾ ਸੀਗਾ। ਇਹ ਜਦੋਂ ਕੈਨੇਡਾ ਪੜ੍ਹਨ ਗਿਆ ਨਾ, ਥੋੜਾ ਜਿਹਾ ਸੰਸਕਾਰ ਮਗਰੋਂ ਫਿਰ ਛੇਤੀ ਵਾਪਸ ਮੁੜਿਆ ਆ। ਇਹਨੂੰ ਵਾਪਸ ਮੁੜਨਾ ਪੈ ਗਿਆ। ਵਾਪਸ ਕਾਹਦਾ ਮੁੜਿਆ? ਮਾਂ ਨੇ ਦਿਲ ਤੇ ਪੱਥਰ ਰੱਖ ਕੇ ਹਾਲਾਤਾਂ ਦੇ ਡਰੋਂ ਧੱਕੇ ਨਾਲ ਫੇਰ ਜਹਾਜ਼ ਚਾੜਤਾ ਵੀ ਨਹੀਂ ਪੁੱਤ, ਇੱਥੇ ਜੋ ਹੋਣਾ ਸੀ ਭਾਣਾ ਵਾਪਰਨਾ ਸੀ ਵਾਪਰ ਗਿਆ, ਤੂੰ ਹੁਣ ਵਾਪਸ ਜਾ। ਇੱਕ ਵਾਰ ਫੇਰ ਇਹ ਵਾਪਸ ਮੁੜ ਗਿਆ, ਮਜਬੂਰੀ ਸੀ। ਫਿਰ ਇਸ ਤਰ੍ਹਾਂ ਘਰ ਫੇਰਾ ਪਾਉਣ ਆਈ। ਮੈਂ ਇੱਕ ਅਜੀਬ ਜਿਹਾ ਵਰਤਾਰਾ ਦੇਖਿਆ। ਪਹਿਲਾਂ ਮਾਂ ਨਾ 2-3 ਤਰ੍ਹਾਂ ਦੀਆਂ ਸਬਜ਼ੀਆਂ ਬਣਾਈਆਂ, ਫਿਰ ਫੁਲਕੇ ਜਿਹੇ ਲਾ ਲਏ, ਫਿਰ ਕੌਲੀ 'ਚ ਦਹੀਂ ਪਾਇਆ, ਫਿਰ ਮੁੜ ਕੇ ਐਨ ਬਣਾ ਸਵਾਰ ਕੇ ਭਰੀ ਹੋਈ ਥਾਲੀ ਦੀ ਇੱਕ ਫੋਟੋ ਖਿੱਚੀ, ਨਿੱਕੇ ਵੀਰ ਨੂੰ ਕੈਨੇਡਾ ਭੇਜੀ, WhatsApp ਕਰਤੀ। ਮੈਂ ਬੜਾ ਹੈਰਾਨ ਹੋਈ ਕਿ ਮਾਂ ਨੇ ਪਹਿਲਾਂ ਇੰਨਾ ਕੁਝ ਬਣਾਇਆ, ਫਿਰ ਫੁਲਕੇ ਲਾਹੇ, ਫਿਰ ਉਹ ਦਹੀਂ ਬਣਾਇਆ, ਫਿਰ ਸਾਰਾ ਕੁਝ ਕੀਤਾ, ਫਿਰ ਥਾਲੀ 'ਚ ਸਜਾ ਕੇ ਫਿਰ ਫੋਟੋ ਖਿੱਚੀ, ਫਿਰ WhatsApp ਕਰਕੇ ਭੇਜੀ। ਇਹ ਕੀ ਆ? ਮਾਂ ਨੂੰ ਪੁੱਛਣ ਲੱਗੀ, ਕਹਿੰਦੀ ਬਿੱਟੂ ਆਂਦਾ ਸੀ ਜਿੰਨਾ ਚਿਰ ਮਾਂ ਤੇਰੇ ਹੱਥਾਂ ਦੀ ਬਣੀ ਹੋਈ ਰੋਟੀ ਨਾ ਖਾਵਾਂ, ਜਿੰਨਾ ਚਿਰ ਮੈਂ ਤੇਰੇ ਹੱਥਾਂ ਦੀ ਬਣੀ ਰੋਟੀ ਨਾ ਖਾਵਾਂ, ਮੇਰਾ ਢਿੱਡ ਨਹੀਂ ਭਰਦਾ ਮਾਂ। ਇੱਥੇ ਸਵਾਦ ਨਹੀਂ ਲੱਗਦੀ ਮੈਨੂੰ ਰੋਟੀ ਇੱਥੋਂ ਦੀ। ਮੈਨੂੰ ਬੜਾ ਗੁੱਸਾ ਚੜਿਆ ਨਿੱਕੇ ਤੇ। ਸੋਚਣ ਲੱਗੀ ਵੀ ਕੱਲੀ ਕਾਰੀ ਮਾਂ ਕਾਬੂ ਤੋਂ ਅੱਗੇ ਨਹੀਂ ਹੁੰਦਾ, ਤੂੰ ਹੋਰ ਉਹਨੂੰ ਗਾਹਾਂ। ਉਹ ਵਿਚਾਰੀ ਇੰਨਾ ਕੁਛ ਕਰਦੀ ਆ, ਪਹਿਲਾਂ ਦਾਲਾਂ ਸਬਜ਼ੀਆਂ ਲਿਆਉਂਦੀ ਆ, ਬਣਾਉਂਦੀ ਆ, ਫਿਰ ਫੋਟੋ ਖਿੱਚ ਕੇ ਤੈਨੂੰ ਭੇਜਦੀ ਆ। ਸਵਾਦ ਨਹੀਂ ਲੱਗਦੀ ਇਹਨੂੰ, ਵੱਡੇ ਲਾਡ ਸਾਹਿਬ ਨੂੰ। ਇਹਦੀਆਂ ਆਦਤਾਂ ਨਾ ਗਈਆਂ ਤੇ ਆਪਣੇ ਸਵਾਦਾਂ ਦੀ ਖਾਤਰ ਇਹਨੂੰ ਵਿਚਾਰੀ ਨੂੰ ਖੇਚਲ ਪਾਈ ਹੋਈ ਆ। ਉਸੇ ਵੇਲੇ ਫੋਨ ਕੀਤਾ, ਮੈਂ ਉਹਨੂੰ ਕਿਹਾ ਕਿ ਤੈਨੂੰ ਸ਼ਰਮ ਨਹੀਂ ਆਉਂਦੀ? ਮਾਂ ਅੱਗੇ ਵਿਚਾਰੀ ਔਖੀ ਹੈ, ਦੁਖੀ ਹੈ, ਤੇ ਤੂੰ ਉਹਨੂੰ ਆਹ ਕਹਿੰਦਾ ਕਿ ਮੈਨੂੰ ਰੋਟੀਆਂ ਬਣਾ ਇੱਥੇ ਫੋਟੋ ਖਿੱਚ ਖਿੱਚ ਭੇਜ। ਤਾਂ ਅੱਗੇ ਹੱਸਣ ਲੱਗਿਆ, ਕਹਿੰਦਾ ਮਾਂ ਨੂੰ ਨਾ ਦੱਸੀ। ਗਵਾਂਢੀਆਂ ਦਾ ਫੋਨ ਆਇਆ ਸੀ ਇੱਕ ਦਿਨ, ਦੱਸਣ ਲੱਗੇ ਕਿ ਇਹਨੇ ਰੋਟੀ ਪਾਣੀ ਖਾਣਾ ਤਕਰੀਬਨ ਛੱਡ ਹੀ ਦਿੱਤਾ। ਬਸ ਸਾਰਾ ਦਿਨ ਪੁਰਾਣੀਆਂ ਐਲਬਮਾਂ ਦੇਖਦੀ ਰਹਿੰਦੀ ਆ। ਕਦੇ ਕਦੇ ਇਹਨੂੰ ਇਕੱਲੀ ਨੂੰ ਬੈਠਿਆਂ ਰੋਂਦੀ ਨੂੰ ਵੀ ਵੇਖਿਆ ਉਹਨਾਂ ਨੇ, ਚੁੱਪ ਵੀ ਕਰਾਇਆ। ਇੰਨੀ ਗੱਲ ਸੁਣ ਕੇ ਮੇਰੀ ਤਾਂ ਭੁੱਖ ਹੀ ਉੱਡ ਗਈ। ਰਾਤ ਨੂੰ ਨੀਂਦਰਾ ਰਹਿਣ ਲੱਗ ਗਿਆ। ਫਿਰ ਇੱਕ ਦਿਨ ਮੇਰੇ ਦਿਮਾਗ ਨੇ ਕੰਮ ਕੀਤਾ, WhatsApp ਇਹ ਕਿਹੜੇ ਕੰਮ ਆਊ? ਇਹਦੇ ਵਾਲਾ ਫੌਰਨ ਆਇਆ। ਹੁਣ ਦੱਸ ਦਿੰਦੇ ਕਿ ਸਾਰਾ ਦਿਨ ਆਰੇ ਲੱਗੀ ਰਹਿੰਦੀ ਆ। ਸਵੇਰੇ ਰੇਹੜੀ ਵਾਲੇ ਕੋਲ ਜਾਂਦੀ ਆ, ਸਬਜ਼ੀ ਲੈ ਕੇ ਆਉਂਦੀ ਆ, ਫਿਰ ਸਵਾਰ ਕੇ ਕੱਟਦੀ ਆ, ਫਿਰ ਰਿੰਨ੍ਹਦੀ ਆ, ਫਿਰ ਫੁਲਕੇ ਲਾਉਂਦੀ ਆ, ਫਿਰ ਪਰੋਸਦੀ ਆ, ਫਿਰ ਫੋਟੋ ਖਿੱਚਦੀ ਆ, ਫਿਰ ਮੈਨੂੰ ਭੇਜਦੀ ਆ, ਤੇ ਫਿਰ ਸਾਰਾ ਦਿਨ ਉਹੀ ਰੋਟੀ ਨੂੰ ਬੜੇ ਸਵਾਦ ਨਾਲ ਖਾਂਦੀ ਆ ਕਿ ਮੇਰੇ ਪੁੱਤ ਨੂੰ ਇਹ ਰੋਟੀ ਬਹੁਤ ਸਵਾਦ ਲੱਗੀ। ਸਾਰਾ ਦਿਨ ਰੱਜ ਰੱਜ ਕੇ ਖਾਂਦੀ ਆ ਇਹ। ਮੈਂ ਸੋਚਿਆ, ਮੈਂ ਨਾ ਹਾਂ ਕਹਿ ਸਕੀ ਨਾ ਹੂੰ ਕਹਿ ਸਕੀ, ਕੋਈ ਹੰਗਾਰਾ ਨਾ ਆਇਆ। ਉਹ ਅੱਗੋਂ ਹੈਲੋ ਹੈਲੋ ਕਹੀ ਜਾਵੇ। ਮੈਂ ਤਾਂ ਜਣੀ ਬੁੱਤ ਬਣ ਕੇ ਖੜ ਗਈ, ਬੁੱਤ ਬਣੀ। ਇਹੀ ਸੋਚਦੀ ਸੀ ਕਿ ਹੱਦ ਦਰਜੇ ਦਾ ਬੇਅਕਲਾ ਮੁੰਡਾ ਇੰਨਾ ਸਿਆਣਾ ਹੋ ਗਿਆ, ਇੰਨਾ ਸਿਆਣਾ ਹੋ ਗਿਆ ਜਿਹੜਾ ਮੇਰੇ ਨਾਲ ਛੋਟੀ ਛੋਟੀ ਗੱਲ ਤੇ ਲੜ ਪੈਂਦਾ ਸੀ। ਬੇਅਕਲ, ਸ਼ਾਇਦ ਹਾਲਾਤਾਂ ਕਰਕੇ ਜਾਂ ਫਿਰ ਰੱਬ ਦੀ ਮਿਹਰ ਸਦਕਾ। ਪਰ ਇੰਨਾ ਜ਼ਰੂਰ ਸੀ ਕਿ 7ਵੀਂ ਤੱਕ ਨਾ, ਜਿੰਨੀ ਦੇਰ ਤੱਕ ਮਾਂ ਨੇ ਨੰਗੇ ਢਿੱਡ ਤੇ ਹੱਥ ਨਹੀਂ ਸੀ ਫੇਰਦਾ ਨਾ ਮਾਂ ਦੇ, ਇਹਨੂੰ ਨੀਂਦ ਨਹੀਂ ਸੀ ਆਉਂਦੀ ਨਾ। ਜਾਗਦਾ ਹੀ ਰਹਿੰਦਾ ਸੀ, ਮੇਰੇ ਨਾਲ ਲੜਦਾ ਰਹਿੰਦਾ ਸੀ। ਮੈਂ ਕਈ ਵਾਰ ਕਹਿਣਾ ਆ ਜਾ ਮੇਰੇ ਨਾਲ ਪੈ ਜਾ, ਨਹੀਂ ਪੈਣਾ ਤਾਂ ਮੈਂ ਮਾਂ ਨਾਲ ਹੀ ਆ। ਤੇ ਉਹਦੇ ਨੰਗੇ ਢਿੱਡ ਤੇ ਜਿੰਨਾ ਚਿਰ ਹੱਥ ਨਹੀਂ ਸੀ ਫੇਰਦਾ, ਇਹ ਸੌਂਦਾ ਨਹੀਂ ਸੀ। ਇਹ ਸੀ ਅੱਜ ਦੀ ਕਹਾਣੀ।